ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਮਾਈਂਡ ਬੋਡੀ ਐਂਡ ਸੋਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੀ ਹਾਂ ਕਿ ਜਿਤਨਾ ਕੁ ਇਸ ਤੁੱਛ ਬੁੱਧੀ ਦੇ ਵਿੱਚ ਉਸ ਮਾਲਿਕ ਨੇ ਗਿਆਨ ਦਿੱਤਾ ਹੈ, ਉਸ ਸਟੈਪ ਦੇ ਉੱਤੇ ਆ ਕੇ ਕੋਸ਼ਿਸ਼ ਕਰਦੀ ਹਾਂ ਕਿ ਉਸ ਗਿਆਨ ਨੂੰ ਹੜ ਤੱਕ ਵੰਡ ਸਕਾਂ। ਹਾਲਾਂਕਿ ਸਭ ਗਿਆਨ ਸਾਡੇ ਗੁਰੂਆਂ ਦੁਆਰਾ, ਸੰਤ ਮਹਾਤਮਾਵਾਂ ਦੇ ਦੁਆਰਾ ਸ਼ੁਰੂ ਤੋਂ ਇਸ ਦੁਨੀਆ ਵਿੱਚ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਪਰ ਫਿਰ ਵੀ ਉਸ ਗਿਆਨ ਨੂੰ ਇਤਨੀ ਜਲਦਬਾਜ਼ੀ, ਇਤਨੀ ਫਾਸਟ ਲਾਈਫ ਦੇ ਵਿੱਚ ਅਸੀਂ ਨਹੀਂ ਸਮਝ ਪਾਉਂਦੇ। ਸੋ ਉਸ ਪ੍ਰਕਾਸ਼ ਨੂੰ, ਅਦ੍ਰਿਸ਼ ਪ੍ਰਕਾਸ਼ ਨੂੰ, ਅਦ੍ਰਿਸ਼ ਜੋਤ ਨੂੰ ਕਿਸੇ ਦਿਨ ਅਦ੍ਰਿਸ਼ ਸ਼ਕਤੀ ਤੱਕ ਪਹੁੰਚਣ ਦਾ ਮੈਂ ਵੀ ਕੋਸ਼ਿਸ਼ ਕਰ ਰਹੀ ਸੀ ਕਿ ਪਹੁੰਚਾਂ ਔਰ ਮਿਲਾਂ। ਔਰ ਜਿਤਨਾ ਕੁ ਮੈਂ ਸਮਝ ਪਾਈ, ਅੱਜ ਉਤਨਾ ਕੁ ਪ੍ਰਕਾਸ਼ ਪਾਵਾਂਗੀ ਤੁਹਾਡੇ ਸਭ ਤੱਕ। ਸਭ ਤੋਂ ਪਹਿਲੇ ਹਰ ਇੱਕ ਰਿਸ਼ੀ ਨੇ ਇਸ ਚੀਜ਼ ਨੂੰ, ਇਸ ਸ਼ਕਤੀ ਨੂੰ ਅਲੱਗ-ਅਲੱਗ ਸ਼ਬਦਾਂ ਵਿੱਚ ਵਰਣਨ ਕੀਤਾ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਕਿਹਾ ਗਿਆ ਹੈ, ਆਨੰਦ ਸੁਣੋ ਵਡਭਾਗੀਓ, ਕਿਉਂਕਿ ਸੁਣਨਾ ਬਹੁਤ ਜ਼ਰੂਰੀ ਹੈ। ਸੁਣਨ ਲਈ ਕੋਈ ਤਿਆਰ ਨਹੀਂ ਰਹਿੰਦਾ ਕਿਸੇ ਵੀ ਚੀਜ਼ ਵਿੱਚ, ਜਿੱਥੇ ਸੁਣਨ ਦੀ ਗੱਲ ਕੀਤੀ ਜਾਂਦੀ ਹੈ, ਪਰ ਜਿਹੜੀ ਚੀਜ਼ ਸੁਣਨ ਵਾਲੀ ਹੈ, ਸੁਣਨ ਤੇ ਸਾਡੇ ਆਸ-ਪਾਸ ਜੋ ਉਸ ਅਦ੍ਰਿਸ਼ ਆਵਾਜ਼ ਨੂੰ ਸੁਣਾਈ, ਓਂਕਾਰ ਦੀ ਆਵਾਜ਼ ਕਹਿੰਦੇ ਨੇ ਉਸ ਨੂੰ, ਝਿੰਗੁਰ ਦੀ ਆਵਾਜ਼ ਵਰਡਸ 'ਚ ਕਿਹਾ ਜਾ ਸਕਦਾ ਹੈ, ਪਰ ਉਹ ਸਾਰਾ ਦਿਨ ਇਤਨੇ ਰੋਲੇ ਰੱਪੇ 'ਚ ਉਹ ਨਹੀਂ ਸੁਣੀ ਜਾਂਦੀ। ਇਸ ਕਰਕੇ ਕੁਛ ਇੱਕ ਸੰਤਾਂ ਨੇ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ, ਜਦੋਂ ਤੁਸੀਂ ਨੀਂਦਰ ਤੋਂ ਉੱਠਦੇ ਹੋ ਨਾ, ਆਪਣੀ ਪੂਰੀ ਨੀਂਦ ਲੈ ਕੇ, ਕਦੀ ਤੁਸੀਂ ਦੇਖਿਆ ਹੋਏਗਾ ਕਿ ਉਸ ਨੀਂਦ ਦੇ ਬਾਅਦ ਤੁਹਾਡਾ ਕਿਸੇ ਨਾਲ ਗੱਲ ਕਰਨ ਤੇ ਦਿਲ ਨਹੀਂ ਕਰਦਾ। ਇਤਨੀ ਸੋਹਣੀ ਨੀਂਦ, ਜਦੋਂ ਰੱਜਵੀਂ ਨੀਂਦ ਲੈ ਕੇ ਉੱਠਦੇ ਹੋ ਨਾ, ਉਸ ਸਮੇਂ ਸਾਹਮਣੇ ਕੋਈ ਗੱਲ ਵੀ ਕਰ ਰਿਹਾ ਹੋਏਗਾ ਤਾਂ ਮੂੰਹ 'ਚੋਂ ਸਿਰਫ ਹਾਂ ਇਹੀ ਵਰਡ ਨਿਕਲਣਗੇ, ਕਿਉਂਕਿ ਇਤਨਾ ਗਹਿਰਾ ਆਨੰਦ ਲੈ ਕੇ ਉਸ ਨੀਂਦ ਤੋਂ ਬਾਹਰ ਆਇਆ ਜਾਂਦਾ ਹੈ ਕਿ ਦਿਲ ਨਹੀਂ ਕਰਦਾ ਕਿਸੇ ਦੇ ਨਾਲ ਵੀ ਗੱਲ ਕੀਤੀ ਜਾਏ। ਉਹ ਕੀ ਸ਼ਕਤੀ ਸੀ ਜਿਸ ਨੇ ਆਪਣੀ ਗੋਦ ਵਿੱਚ ਲੈ ਕੇ ਇਤਨਾ ਆਨੰਦ ਦਿੱਤਾ ਕਿ ਮੁੜ ਮੁੜ ਉਸ ਆਨੰਦ ਦੇ ਵਿੱਚ ਜਾਣ ਤੇ ਦਿਲ ਕਰਦਾ ਹੈ, ਮੁੜ ਮੁੜ ਉਸ ਸ਼ਕਤੀ ਨਾਲ, ਉਸ ਅਦ੍ਰਿਸ਼ ਜੋਤ ਦੇ ਵਿੱਚ ਮਰਜ ਹੋਣ ਵਾਸਤੇ। ਆਤਮਾ ਤ੍ਰਿਪਤ ਨਹੀਂ ਹੋਈ, ਜਿਵੇਂ ਉਹ ਵਾਰ-ਵਾਰ ਜਾਣਾ ਚਾਹੁੰਦੀ ਹੈ। ਹੌਲੀ ਹੌਲੀ ਥੋੜਾ ਇੱਕ ਟਾਈਮ ਦੇ ਬਾਅਦ ਫਿਰ ਆਪਣੇ ਉਹ ਰੁਝੇਵੇਂ ਯਾਦ ਆਉਂਦੇ ਨੇ, ਜਾਗ ਗਏ ਆ, ਹੁਣ ਇਹ ਕੰਮ ਕਰਨਾ ਹੈ, ਅੱਜ ਦੇ ਦਿਨ ਦੇ ਵਿੱਚ ਇਹ ਕੰਮ ਵੰਡੇ ਹੋਏ ਨੇ, ਉਹ ਵੈ ਇਹ ਵੈ, ਤੇਰੇ ਜੀਵਨ ਦੀਆਂ ਇਤਨੀਆਂ ਦੌੜਾਂ। ਫਿਰ ਉਹ ਹੌਲੀ 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 ਜਿਹੜੇ ਪਰਮਾਤਮਾ ਨੇ ਤੈਨੂੰ ਆਪਣੀ ਅੰਗੀਕਾਰ ਕੀਤਾ ਸੀ ਨਾ, ਉਸ ਤੋਂ ਤੂੰ ਆਪਣੇ ਉਹਨਾਂ ਰੁਝੇਵਿਆਂ ਵੱਲ ਜਾਣਾ ਸ਼ੁਰੂ ਹੋ ਜਾਣਾ ਮੈਂ, ਫਿਰ ਪੂਰਾ ਦਿਨ ਭੁੱਲ ਜਾਣਾ ਮੈਂ। ਪਰ ਅੱਜ ਕੱਲ੍ਹ ਦੀ ਇਸ ਦੌੜ ਭਰੀ ਦੁਨੀਆ ਦੇ ਵਿੱਚ ਅੰਮ੍ਰਿਤ ਵੇਲੇ ਦੇ ਨਾਮ ਦੇ ਉੱਤੇ ਲੋਕੀ ਇਤਨੀ ਕੁ ਅੰਨਿਆਂ ਦੀ ਤਰ੍ਹਾਂ ਦੌੜੀ ਚਲੀ ਜਾ ਰਹੀ ਹੈ ਕਿ ਰਾਤ ਨੂੰ ਭਾਵੇਂ ਕਿਤਨਾ ਵੀ ਲੇਟ ਸੋਵੋ, ਉਹ ਨੀਂਦ ਪੂਰੀ ਹੋਵੇ ਜਾਂ ਨਾ ਹੋਵੇ, ਤੁਸੀਂ ਸਵੇਰੇ ਅੰਮ੍ਰਿਤ ਵੇਲੇ ਦਾ ਨਾਮ ਦੇ ਉੱਤੇ ਉੱਠਣਾ ਹੈ। ਉਹਨੂੰ ਨੀਂਦਰ ਹੀ ਨਹੀਂ ਪੂਰੀ ਹੋਈ, ਤੁਸੀਂ ਉਸ ਦੀ ਗੋਦ 'ਚ ਪੂਰੀ ਤਰੀਕੇ ਗਏ ਹੀ ਨਹੀਂ, ਤੁਹਾਨੂੰ ਆਨੰਦ ਦਾ ਪਤਾ ਹੀ ਨਹੀਂ, ਤੁਹਾਡਾ ਵਾਪਸ ਅੰਮ੍ਰਿਤ ਵੇਲੇ ਉੱਠ ਕੇ ਜਾਗਦੇ ਰੂਪ ਵਿੱਚ ਉਸ ਆਨੰਦ ਨੂੰ ਵਾਪਸ ਲੈਣਾ ਔਰ ਉਹਦੇ ਕੋਲ ਜਾਣਾ ਕਿਸ ਤਰ੍ਹਾਂ ਅਨੁਭਵ ਕਰ ਪਾਓਗੇ? ਨੀਂਦ ਹੀ ਨਹੀਂ ਪੂਰੀ ਹੋਈ ਨਾ, ਤੁਸੀਂ ਅੰਮ੍ਰਿਤ ਵੇਲਾ ਫਿਰ ਕਹਿ ਕੇ ਉਸ ਆਵਾਜ਼ ਨੂੰ, ਉਸ ਧੁਨ ਨੂੰ ਕਿੱਥੋਂ ਸੁਣ ਲਓਗੇ? ਤੁਸੀਂ ਉਸ ਧੁਨ ਨੂੰ ਨਹੀਂ ਸੁਣ ਸਕਦੇ, ਉਸ ਆਨੰਦ ਨੂੰ ਅਜੇ ਨਹੀਂ ਲੈ ਸਕਦੇ, ਕਿਉਂਕਿ ਤੁਸੀਂ ਉਸ ਆਨੰਦ 'ਚ ਉਤਰੇ ਹੀ ਨਹੀਂ ਅਜੇ ਪਰਮਾਤਮਾ ਨੇ ਤੁਹਾਨੂੰ ਅੰਗੀਕਾਰ ਕੀਤਾ ਹੀ ਨਹੀਂ ਹੈ। ਪਰਮਾਤਮਾ ਨੇ ਜਦ ਅੰਗੀਕਾਰ ਨਹੀਂ ਕੀਤਾ ਤਾਂ ਫਿਰ ਉਸ ਧੁਨ ਦੀ ਆਵਾਜ਼ ਜਿਹੜੀ ਪਹਿਲੇ ਅੰਦਰ ਨੀਂਦ 'ਚ ਲੈ ਕੇ ਗਈ ਸੀ, ਕਿਸ ਤਰ੍ਹਾਂ, ਕਦੀ ਕਿਸੇ ਨੂੰ ਪਤਾ ਨੀਂਦ ਕਿਸ ਤਰ੍ਹਾਂ ਆ ਜਾਂਦੀ ਹੈ? ਨਹੀਂ ਪਤਾ।
ਉਹ ਮਾਲਕ ਆਪਣੇ ਆਪ ਐਸੀ ਮਿੱਠੀ ਨੀਂਦ 'ਚ ਲੈ ਜਾਂਦਾ ਹੈ, ਇਤਨੀ ਪਿਆਰੀ ਨੀਂਦ 'ਚ ਲੈ ਜਾਂਦਾ ਹੈ। ਉਹ ਜਿਹੜੀ ਕੁਝ ਸਾਡੇ ਸਰਾਊਂਡਿੰਗ ਬਹੁਤ ਮੱਧਮ ਰੂਪ ਵਿੱਚ ਲੋਰੀ ਧੁਨ ਓਂਕਾਰ ਦੀ ਚੱਲ ਰਹੀ ਹੈ ਨਾ, ਉਹ ਪਤਾ ਹੀ ਨਹੀਂ ਲੱਗਣ ਦਿੰਦੀ ਕਦੋਂ ਆਪਣੇ ਅੰਦਰ ਉਹਨੇ ਆਗੋਸ਼ 'ਚ ਲੈ ਲਿਆ। ਜਦੋਂ ਉਸਦੇ ਆਗੋਸ਼ 'ਚ ਜਾਗਦੇ ਆ ਤੇ ਫਿਰ ਉਹ ਕੰਨਾਂ ਦੇ ਵਿੱਚ ਹਲਕਾ ਹਲਕਾ, ਦਿਮਾਗ 'ਚ ਹਲਕਾ ਹਲਕਾ ਆਨੰਦ ਵਸਿਆ ਹੁੰਦਾ ਹੈ, ਤੇ ਜਾਗਦੇ ਹੋਏ ਵੀ ਬੈਠ ਕੇ ਆਪਣੇ ਬਿਸਤਰੇ ਉੱਤੇ ਅਸੀਂ ਉਸ ਆਨੰਦ ਨੂੰ ਲੱਭ ਰਹੇ ਹੁੰਦੇ ਹਾਂ। ਤੇ ਉਸੇ ਚੀਜ਼ ਨੂੰ ਅਲੱਗ-ਅਲੱਗ ਲੋਕਾਂ ਨੇ ਅਲੱਗ-ਅਲੱਗ ਸ਼ਬਦਾਂ ਦੇ ਵਿੱਚ ਵਰਣਨ ਕੀਤਾ ਹੈ। ਮੰਨ ਲਓ ਸਾਡੇ ਅੰਦਰ ਜਿਸ ਤਰ੍ਹਾਂ ਸ਼ਿਵ ਦਾ ਰੂਪ ਕਿਹਾ ਜਾਂਦਾ, ਸ਼ਿਵ ਦਾ ਸੰਕੇਤ ਕਾਲ ਤੋਂ ਮਹਾਕਾਲ ਜਾਣ ਵਾਲਾ ਹੈ। ਹੁਣ ਕਈ ਲੋਕ ਕਾਲ ਔਰ ਮਹਾਕਾਲ ਦਾ ਨਾਮ ਸੁਣ ਕੇ ਹੀ ਡਰ ਜਾਂਦੇ ਹੈ ਨਾ, ਪਰ ਹੈ ਤੇ ਅਸੀਂ ਕਾਲ ਦੇ ਰੂਪ ਵਿੱਚ ਅੰਡਰ ਹੀ ਹੈ ਨਾ। ਇਹ ਸਾਡੀ ਬੋਡੀ ਜਿਹੜੀ ਹੈ ਕਾਲ ਦੇ ਅੰਡਰ ਹੈ ਨਾ। ਕਾਲ ਜਿਸ ਤਰ੍ਹਾਂ ਜਦੋਂ ਜਨਮੇ ਸੀ, ਹੌਲੀ 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 ਜਿਸ ਤਰ੍ਹਾਂ ਕੋਇਲੇ ਨੂੰ ਅੱਗ ਲੱਗਦੀ ਹੈ ਨਾ, ਤੇ ਕੋਲਾ ਭਖਣਾ ਸ਼ੁਰੂ ਹੁੰਦਾ ਹੈ, ਤੇ ਹੌਲੀ 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 ਅਸੀਂ ਉਸ ਜ਼ਿੰਦਗੀ ਦੇ ਪੜਾਵ ਦੇ ਉੱਤੇ ਆ ਚੁੱਕੇ ਹਾਂ ਕਿ ਅੱਜ ਉਹ ਕੋਇਲਾ ਤਕਰੀਬਨ 75% ਕਹਿ ਲਓ, 80% ਕਹਿ ਲਓ ਜਲ ਚੁੱਕਿਆ ਹੈ, ਔਰ ਹੁਣ 20% ਰਹਿ ਗਿਆ ਕੋਇਲੇ ਦਾ ਜਲਣ ਵਾਲਾ ਹਿੱਸਾ। ਇੱਕ ਨਾ ਇੱਕ ਦਿਨ ਮਾਲਕ ਨੇ ਆਪਣੇ ਆਗੋਸ਼ 'ਚ ਇਸ ਮਿੱਟੀ ਨੂੰ ਛੱਡ ਕੇ ਸਾਡੀ ਆਤਮਾ ਨੇ ਪਰਮਾਤਮਾ ਦੇ ਵਿੱਚ, ਮਹਾਕਾਲ ਦੇ ਵਿੱਚ ਮਰਜ ਹੋ ਜਾਣਾ ਹੈ। ਅਸੀਂ ਕਾਲ ਵਿੱਚ ਆ, ਆਤਮਾ ਕਾਲ ਵਿੱਚ ਹੈ, ਕਾਲ ਤੋਂ ਮਹਾਕਾਲ 'ਚ ਮਰਜ ਹੋ ਜਾਏਗੀ। ਕਿਸੇ ਨੇ ਇਸ ਨੂੰ ਇਸ ਤਰੀਕੇ ਨਾਲ ਵਰਣਨ ਕੀਤਾ ਵੈ ਕਿ ਬੂੰਦ ਹੈ ਉਹ ਇੱਕ ਨਾ ਇੱਕ ਦਿਨ ਆਪਣੇ ਸਾਗਰ ਵਿੱਚ ਮਿਲ ਜਾਏਗੀ, ਹੈ ਨਾ। ਗੁਰਬਾਣੀ 'ਚ ਕਿਹਾ ਗਿਆ ਜੋਤ ਹੈ, ਇੱਕ ਨਾ ਇੱਕ ਦਿਨ ਉਹ ਪ੍ਰਕਾਸ਼ ਸਰੂਪ ਸੂਰਜ ਦੇ ਵਿੱਚ ਮਰਜ ਹੋ ਜਾਏਗੀ। ਮਰਜ ਤੇ ਹੋਣਾ ਹੀ ਹੈ, ਪਰ ਇਸ ਮਰਜ ਹੋਣ ਦੇ ਵਿੱਚ ਅਗਰ ਇਸ ਖੇਡ ਨੂੰ ਸਮਝਿਆ ਜਾਏ, ਕਿਉਂਕਿ ਕੁਝ ਦਿਨਾਂ ਤੋਂ, ਕੁਝ ਸਮੇਂ ਤੋਂ ਮੈਂ ਵੀ ਪਰਮਾਤਮਾ ਨੂੰ ਖੋਜਣ ਦੀ ਕੋਸ਼ਿਸ਼ ਕੀਤੀ, ਖੋਜਦੀ ਰਹੀ, ਪਰ ਕੁਝ ਇੱਕ ਸੰਤਾਂ ਦੇ ਬਚਨ ਕੰਨ 'ਚ ਮੰਨ ਪਏ, ਦਿਲ ਕੀ ਬਸਤੀ ਅਜੀਬ ਬਸਤੀ ਹੈ, ਇਹ ਉਜੜਨੇ ਕੇ ਬਾਅਦ ਬਸਤੀ ਹੈ। ਮੈਂ ਦੰਗ ਰਹਿ ਗਈ ਕਿ ਮੈਂ ਇਤਨੀ ਦਿਨਾਂ ਤੋਂ ਜੋ ਵੀ ਧਿਆਨ ਕਰ ਰਹੀ ਸੀਗੀ, ਤੇ ਮੈਨੂੰ ਤੇ ਇਹ ਆਸ ਸੀਗੀ ਕਿ ਸ਼ਾਇਦ ਮੇਰੀ ਜ਼ਿੰਦਗੀ ਬਦਲਣ ਵਾਲੀ ਹੈ, ਸ਼ਾਇਦ ਮੈਨੂੰ ਕੁਝ ਮਿਲਣ ਵਾਲਾ ਹੈ, ਸ਼ਾਇਦ ਮੈਂ ਕਿਤੇ ਪਹੁੰਚਣ ਵਾਲੀ ਹਾਂ, ਸ਼ਾਇਦ ਕੋਈ ਬਹੁਤ ਅਚੰਭਾ ਹੋਣ ਵਾਲਾ ਹੈ। ਸ਼ਾਇਦ ਹੋਣ ਵੀ ਵਾਲਾ ਹੋਵੇ, ਇਹ ਕੋਈ ਵੱਡੀ ਗੱਲ ਨਹੀਂ ਹੈ, ਪਰ ਮੈਂ ਤੇ ਅੱਜ ਤੱਕ ਦੇ ਸਟੈਪ ਦੇ ਉੱਤੇ ਦੱਸ ਰਹੀ ਹਾਂ। ਉਸ ਜੋਤ ਨੂੰ ਪਹਿਚਾਨਦੇ ਹੋਏ ਜਦੋਂ ਮੈਂ ਇੱਥੋਂ ਤੱਕ ਪਹੁੰਚੀ, ਤੇ ਵਾਕਈ ਸਮਝ 'ਚ ਆਇਆ ਕਿ ਇਹ ਤਾਂ ਉਹ ਖੇਡ ਹੈ ਜੋ ਹੌਲੀ ਹੌਲੀ ਕਾਲ ਰੂਪੀ ਸਰੂਪ 'ਚ ਪਤੰਗਾ ਜਿਸ ਤਰ੍ਹਾਂ ਵਾਰ-ਵਾਰ ਜਾਂਦਾ ਹੈ, ਆਨੰਦ ਵੀ ਮਿਲਦਾ ਉਸ ਨੂੰ ਦੀਵੇ ਦੇ ਕੋਲ ਜਾਣ ਤੇ ਮੈਂ ਤੇ ਵਾਰ-ਵਾਰ ਆਪਣੇ ਕਾਲ ਦੇ ਕੋਲ ਹੀ ਜਾ ਕੇ ਮਹਾਕਾਲ ਨਾਲ ਰਲਣ ਦੀ ਕੋਸ਼ਿਸ਼ ਹੀ ਕਰ ਰਹੀ ਸੀਗੀ ਕਿ ਕੀ ਚੀਜ਼ ਹੈ, ਇਸ ਨੂੰ ਪਛਾਣਿਆ ਜਾਏ, ਇਸ ਦੇ ਕੋਲ ਜਾਇਆ ਜਾਏ, ਅਸੀਂ ਕਿਸ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਹੜੀ ਐਸੀ ਚੀਜ਼ ਹੈ ਜਿਹੜੀ ਮੈਨੂੰ ਖਿੱਚ ਪਾ ਰਹੀ ਹੈ। ਪਰ ਦੂਸਰੇ ਪਾਸੇ ਭਗਵਾਨ ਸ਼ਿਵ ਨੇ ਆਪਣੇ ਗਲੇ ਦੇ ਵਿੱਚ ਜਿਸ ਤਰ੍ਹਾਂ ਸੱਪ ਪਾਏ ਨੇ, ਔਰ ਸਰੀਰ ਤੇ ਰਾਖ ਮਲੀ ਹੈ, ਇਹਨਾਂ ਸਭ ਚੀਜ਼ਾਂ ਦਾ ਵੀ ਸੰਬੰਧ ਸਮਝ 'ਚ ਆਉਂਦਾ ਹੈ ਕਿ ਤੁਸੀਂ ਜਲ ਕੇ ਸਰੀਰ 'ਚ ਰਾਖ ਹੋ ਜਾਓਗੇ ਨਾ, ਜਦੋਂ ਕਾਲ ਤੋਂ ਮਹਾਕਾਲ ਨਾਲ ਤੁਹਾਡਾ ਮੇਲ ਹੋਏਗਾ, ਉਸ ਵਕਤ ਮੇਲ ਹੋਏਗਾ, ਜਿੰਦੇ ਜੀ ਵੀ ਮੁਕਤੀ ਮਿਲ ਸਕਦੀ ਹੈ। ਇਹੀ ਗਿਆਨ ਉਹਨਾਂ ਨੇ ਦਿੱਤਾ ਹੈ, ਪਰ ਇਸ ਗਿਆਨ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਸ਼ਾਇਦ ਇਸ ਚੀਜ਼ ਨੂੰ ਮੇਰੇ ਕੁਝ ਗਿਆਨ ਵਿੱਚ ਉਤਰੀ ਹੈ, ਕਿਉਂਕਿ ਜਿੰਦੇ ਜੀ ਜਿਸ ਨੂੰ ਸਮਝ ਆ ਜਾਂਦੀ ਹੈ, ਉਸ ਧੁਨੀ ਨੂੰ ਸੁਣਨ ਦਾ ਆਨੰਦ ਮਿਲਣਾ ਸ਼ੁਰੂ ਹੋ ਜਾਂਦਾ, ਉਹ ਧੁਨ ਦੇ ਨਾਲ ਜੁੜਨਾ ਸ਼ੁਰੂ, ਉਹ ਜਿੰਦਿਆਂ ਵੀ ਆਨੰਦ ਵਿੱਚ ਹੈ, ਔਰ ਉਹਨੂੰ ਮੁਕਤੀ ਵੀ ਮਿਲ ਜਾਂਦੀ ਹੈ, ਔਰ ਉਹ ਮਹਾਕਾਲ 'ਚ ਵੀ ਸਮਾ ਜਾਂਦਾ ਹੈ, ਔਰ ਉਹ ਸੂਰਜ ਨਾਲ ਵੀ ਮਿਲ ਜਾਂਦਾ ਹੈ, ਉਹ ਸਮੁੰਦਰ ਨਾਲ ਵੀ ਮਿਲ ਜਾਂਦਾ ਹੈ। ਖੇਡ ਇਹੀ ਹੈ, ਔਰ ਮਿਟਣਾ ਪੈਂਦਾ ਹੈ ਆਪਣੇ ਆਪ 'ਚ। ਆਪ ਜਿਹੜੀਆਂ ਚੀਜ਼ਾਂ ਨੂੰ ਅਸੀਂ ਇਕੱਠਾ ਕਰ ਰਹੇ ਹਾਂ, ਉਹਨਾਂ 'ਚ ਕੁਛ ਨਹੀਂ ਹੈ,
ਇਹ ਮਿਟਣ ਦੀ ਖੇਡ ਹੈ। ਜੋ ਮਿਟ ਜਾਂਦਾ ਹੈ, ਸੋ ਪਾ ਜਾਂਦਾ ਹੈ। ਸੋ ਮੈਨੂੰ ਇਸ ਤੋਂ ਜ਼ਿਆਦਾ ਹਜੇ ਨਹੀਂ ਸਮਝਾਣਾ ਆ ਰਿਹਾ। ਜੇ ਕੋਈ ਸਵਾਲ ਹੋਵੇ ਤੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਇਸ ਨੂੰ ਪੁੱਛ ਲੈਣਾ, ਔਰ ਕਮੈਂਟ ਬਾਕਸ 'ਚ ਲਿਖ ਕੇ ਭੇਜੋਗੇ ਤੇ ਮੈਂ ਜ਼ਰੂਰ ਉਹਦਾ ਉੱਤਰ ਵੀ ਦੇਣ ਦੀ ਕੋਸ਼ਿਸ਼ ਕਰਾਂਗੀ। ਔਰ ਨਹੀਂ ਹੋਇਆ ਤੇ ਆਪਣਾ ਅਗਰ फ़ੋਨ ਨੰਬਰ ਦੇ ਦੋਗੇ ਤੇ ਮੈਂ फ़ੋਨ ਤੇ ਵੀ ਗੱਲ ਕਰ ਸਕਦੀ। ਸਤਿ ਸ਼੍ਰੀ ਅਕਾਲ।